Okay, students, so here we are talking about the tension length curves in the case of the physiology of the muscles. So ਬੱਚਿਓ this is a very very important topic, ਇਹਨੂੰ ਥੋੜਾ ਨੋਟ ਕਰ ਲਓ, ਇਹਦੇ ਉੱਪਰ ਕਾਫੀ ਵਾਰ ਤੁਹਾਨੂੰ ਕੁਐਸਚਨ ਆਉਂਦੇ ਆ। ਸੋ ਬੱਚਿਓ ਜਿਹੜੀ ਟੈਂਸ਼ਨ ਲੈਂਥ ਕਰਵਸ ਨੇ, ਇਹ ਪਹਿਲਾਂ ਤਾਂ ਇਹਦਾ ਲਿਟਰਲ ਮੀਨਿੰਗ ਥੋੜਾ ਜਿਹਾ ਦੇਖ ਲਈਏ ਆਪਾਂ ਵੀ ਕੀ ਹੈ। ਇਹਦੇ 'ਚ ਦੋ ਵਰਡਸ ਆ। ਸਭ ਤੋਂ ਜਿਹੜਾ ਪਹਿਲਾ ਵਰਡ ਆ ਉਹ ਹੈਗਾ ਟੈਂਸ਼ਨ। ਸੋ ਟੈਂਸ਼ਨ ਜਿਹੜਾ ਵਰਡ ਆ that refers to the force produced by the muscles. That means tension refers to the tensile force, TF. ਸੋ ਐਕਚੁਅਲੀ ਇਹ ਜਿਹੜਾ F ਹੈ ਛੋਟਾ, ਇਹ T ਦੇ ਪੈਰ ਦੇ ਵਿੱਚ ਪੈਣਾ, ਠੀਕ ਹੈ। ਸੋ ਉੱਦਾਂ ਪਾਉਣਾ ਤੁਸੀਂ। ਸੋ ਦਿਸ ਇਜ਼ ਅ ਟੈਂਸਾਈਲ ਫੋਰਸ ਜਨਰੇਟਡ ਬਾਈ ਦੀ ਮਸਲ। ਜਿਹੜਾ ਦੂਜਾ ਵਰਡ ਆ ਬੱਚਿਓ ਉਹ ਕੀ ਹੈ? ਦਿਸ ਇਜ਼ ਦਾ ਲੈਂਥ। Now length refers to the length of the sarcomere. So ਇਹ ਬੜੀ ਇੰਪੋਰਟੈਂਟ ਚੀਜ਼ ਹੈ ਸਮਝਣੀ। ਜਿਹੜੀ ਟੈਂਸ਼ਨ ਹੈ ਉਹ ਫੋਰਸ ਪ੍ਰੋਡਕਸ਼ਨ ਹੈ, ਜਿਹੜੀ ਲੈਂਥ ਹੈ ਉਹ ਸਾਰਕੋਮੈਰਿਕ ਲੈਂਥ ਹੈ। ਹੁਣ ਜੇ ਆਪਾਂ ਇੱਕ ਸਾਰਕੋਮੀਅਰ ਲੈ ਕੇ ਚੱਲੀਏ ਤਾਂ ਬੱਚਿਓ ਉਹ ਕਿਹਦੇ ਵਿੱਚ ਵਾਲੀ ਲੈਂਥ ਹੈ? ਇੱਕ ਜ਼ੈਡ ਲਾਈਨ ਤੇ ਦੂਜੀ ਜ਼ੈਡ ਲਾਈਨ ਦੇ ਵਿਚਕਾਰ ਜਿੰਨੀ ਸਪੇਸ ਆ ਉਹਨੂੰ ਸਾਰਕੋਮੀਅਰ ਕਹਿੰਦੇ ਆ। ਇਹ ਆਪਾਂ ਪੜ੍ਹਿਆ ਹੋਇਆ ਨਾ। ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਨੂੰ ਬਣਾ ਕੇ ਸਮਝਾਊਂਗਾ। Suppose we have two Z lines just like this. So these are the Z lines. ਇਹਦੇ ਵਿੱਚ ਕੀ ਹੈ ਬੱਚਿਓ? ਇਹਦੇ ਵਿੱਚ ਮਾਇਓਸਿਨ ਪ੍ਰੋਟੀਨ ਹੈ, ਠੀਕ ਹੈ। So you are having myosin and we have many actin follicles. So these are the actin fibers, red ones, and we have green one is the myosin. So ਇੱਦਾਂ ਹੀ ਹੁੰਦੀ ਹੈ, ਦੋਵੇਂ ਪਾਸੇ ਇੱਦਾਂ ਦੀ ਹੈ, ਠੀਕ ਹੈ। ਸੋ ਹੁੰਦਾ ਕੀ ਹੈ ਕਿ ਜੇ ਆਪਾਂ ਜ਼ੈਡ ਲਾਈਨਸ ਨੂੰ ਨੇੜੇ ਲੈ ਆਈਏ, ਸਪੋਜ਼ ਇਸ ਸਾਰੀ ਚੀਜ਼ ਨੂੰ I bring it like close, just like this. ਹੁਣ ਕੀ ਹੋਇਆ ਕਿ ਜਿਹੜੇ ਐਕਟਿਨ ਫਿਲਾਮੈਂਟਸ ਨੇ ਇਹ ਦੋਵੇਂ ਨੇੜੇ ਨੇੜੇ ਆ ਗਏ, ਜਸਟ ਲਾਈਕ ਦਿਸ। ਹੁਣ ਜ਼ੈਡ ਲਾਈਨਸ ਨੇੜੇ ਆ ਗਈਆਂ ਨੇ, ਠੀਕ ਹੈ। ਜੇ ਮੈਂ ਇਹਨੂੰ ਦੂਰ ਲੈ ਜਾਂ ਫਿਰ ਐਕਟਿਨਸ ਦੂਰ ਚਲੇ ਗਏ ਨੇ, ਜ਼ੈਡ ਲਾਈਨਸ ਵੀ ਦੂਰ ਚਲੀਆਂ ਗਈਆਂ, ਸਾਰਕੋਮੀਅਰ ਥੋੜ੍ਹਾ ਜਿਹਾ ਰਿਲੈਕਸ ਹੋ ਗਿਆ, ਠੀਕ ਹੈ। ਪਰ ਇਸ ਕੇਸ ਦੇ ਵਿੱਚ ਕੀ ਹੈ? ਇਟ ਇਜ਼ ਕੰਟਰੈਕਟਿਡ। ਨਾਓ ਦਿਸ ਇਜ਼ ਕੰਟਰੈਕਸ਼ਨ। ਸੋ ਇਹੀ ਲੈਂਥ ਹੈ ਬੱਚਿਓ, ਇਹ ਬਹੁਤ ਜ਼ਰੂਰੀ ਹੈ ਸਮਝਣਾ। ਇੱਥੇ ਲੈਂਥ ਕੀ ਹੈ? ਬਹੁਤ ਥੋੜ੍ਹੀ ਹੈ, ਠੀਕ ਹੈ। ਸੋ ਇੱਥੇ ਲੈਂਥ ਬਹੁਤ ਥੋੜ੍ਹੀ ਹੈ, ਇੱਥੇ ਲੈਂਥ ਜ਼ਿਆਦਾ ਹੋ ਗਈ, ਇੱਥੇ ਲੈਂਥ ਹੋਰ ਜ਼ਿਆਦਾ ਹੋ ਗਈ, ਇੱਥੇ ਲੈਂਥ ਕਾਫੀ ਜ਼ਿਆਦਾ ਹੋ ਗਈ, ਠੀਕ ਹੈ। ਸੋ ਇਹ ਜਿਹੜੀ ਬੱਚਿਓ ਲੈਂਥ ਹੈ ਇਹ ਆਪਾਂ ਕਿੱਦਾਂ ਅਟੇਨ ਕਰਨੀ ਹੈ, ਇਹ ਇੰਪੋਰਟੈਂਟ ਹੈ। ਸੋ ਇੱਕ ਮਸਲ ਬੈਲੀ, ਪੂਰੇ ਦਾ ਪੂਰਾ ਮਸਲ, ਇੱਕ ਉਹਦੀਆਂ ਟੈਂਸ਼ਨ ਲੈਂਥ ਕਰਵਸ ਆਪਾਂ ਦੇਖਣੀਆਂ ਹੁੰਦੀਆਂ, ਇੱਕ ਫਾਈਬਰ ਲੈਵਲ 'ਤੇ ਦੇਖਣੀਆਂ ਹੁੰਦੀਆਂ। ਸੋ ਇਹ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ। ਸੋ ਇੱਥੇ ਬੱਚਿਓ ਕੀ ਹੋਏਗਾ ਕਿ ਸਪੋਜ਼ ਆਪਾਂ ਜਿਹੜੀਆਂ ਟੈਂਸ਼ਨ ਲੈਂਥ ਕਰਵਸ ਨੇ ਇਹ ਸਭ ਤੋਂ ਪਹਿਲਾਂ ਆਪਾਂ ਦੇਖਣੀਆਂ ਨੇ ਇਨ ਦਾ ਕੇਸ ਆਫ ਫਾਈਬਰਸ। ਸੋ ਇਹਦਾ ਮਤਲਬ ਕਿ ਆਪਾਂ ਦੋ ਲੈਵਲਸ 'ਤੇ ਇਹ ਟੈਂਸ਼ਨ ਲੈਂਥ ਕਰਵਸ ਬਣਾਉਣੀਆਂ। ਨੰਬਰ 1, ਟੈਂਸ਼ਨ ਲੈਂਥ ਕਰਵਸ ਆਫ ਦੀ ਮਸਲ ਫਾਈਬਰਸ। ਦੂਜੀ, ਟੈਂਸ਼ਨ ਲੈਂਥ ਕਰਵਸ ਆਫ ਦੀ ਮਸਲ ਬੈਲੀ ਜਾਂ ਮਸਲ ਔਰਗਨ।
ਇਹ 2 ਕਰਵਸ ਬੱਚਿਓ ਆਪਾਂ ਬਣਾਉਣੇ ਆ। ਅੱਛਾ, ਇਹ ਦੱਸਣ ਤੋਂ ਪਹਿਲਾਂ ਥੋੜ੍ਹਾ ਜਿਹਾ ਕਨਸੈਪਟ ਹੋਰ ਚੀਜ਼ ਦਾ ਮੈਂ ਦੱਸਾਂ ਇੱਕ ਤੁਹਾਨੂੰ। ਸਪੋਜ਼ ਆਪਾਂ ਇੱਕ ਪੂਰੇ ਦਾ ਪੂਰਾ ਮਸਲ ਬਾਹਰ ਕੱਢ ਲਿਆ, ਵਿਚ ਇਜ਼ ਅ ਮਸਲ ਬੈਲੀ। ਉਹ ਸੈਂਟਰ 'ਚੋਂ ਥੋੜ੍ਹਾ ਜਿਹਾ ਥਿੱਕ ਹੈ, ਆਲੇ ਦੁਆਲਿਓਂ ਪਤਲਾ। ਉਹਨੂੰ ਆਪਾਂ ਸਾਈਡਸ ਤੋਂ ਦੋਵੇਂ ਪਾਸਿਓਂ ਫੜ ਲਿਆ ਟੈਂਡਨਸ ਤੋਂ, ਐਂਡ ਫਿਰ ਆਪਾਂ ਉਹਨੂੰ ਸਟਰੈਚ ਕਰਤਾ, ਉਹਨੂੰ ਖਿੱਚਦਾ ਹੋਇਆ। ਜਦੋਂ ਆਪਾਂ ਉਹਨੂੰ ਖਿੱਚਾਂਗੇ ਤਾਂ ਅੰਦਰ ਕੀ ਹੋਏਗਾ ਕਿ ਜਿਹੜੇ ਸਾਰਕੋਮੀਅਰਸ ਨੇ ਉਹ ਵੀ ਖਿੱਚੇ ਜਾਣਗੇ, ਜ਼ੈਡ ਲਾਈਨਸ ਦੋਵੇਂ ਦੂਰ ਦੂਰ ਹੋ ਜਾਣਗੀਆਂ, ਜਿੱਦਾਂ ਕਿ ਮੈਂ ਤੁਹਾਨੂੰ ਪਿੱਛੇ ਡਾਇਗਰਾਮ ਦੇ ਵਿੱਚ ਦੱਸਿਆ ਸੀ। ਜੇ ਮਸਲ ਫਾਈਬਰ ਨੂੰ ਲੈ ਕੇ ਚੱਲਿਆ ਜਾਵੇ, ਮਸਲ ਫਾਈਬਰ ਦੇ ਕੇਸ 'ਚ ਵੀ ਉਹ ਸੇਮ ਹੀ ਉੱਦਾਂ ਹੋਏਗਾ। ਜੇ ਮਸਲ ਫਾਈਬਰ ਨੂੰ ਖਿੱਚ ਲਿਆ ਜਾਵੇ, ਹੱਥ ਨਾਲ ਫੜ ਕੇ ਤੁਸੀਂ ਖਿੱਚ ਦਿਓ ਜਾਂ ਫੋਰਸੈਪਸ ਨਾਲ ਖਿੱਚ ਦਿਓ, ਤਾਂ ਜ਼ੈਡ ਲਾਈਨਸ ਦੂਰ ਦੂਰ ਹੋ ਜਾਣਗੀਆਂ। ਜੇ ਉਹਨੂੰ ਦੱਬ ਦਿੱਤਾ ਜਾਵੇ ਅੰਦਰ ਵਾਲੇ ਪਾਸੇ ਨੂੰ, ਜੇ ਦੋਵੇਂ ਪਾਸਿਓਂ ਉਹਨਾਂ ਨੂੰ ਨੇੜੇ ਲਿਆਂਦਾ ਜਾਵੇ ਆਪ ਜ਼ੋਰ ਲਾ ਕੇ, ਤਾਂ ਫਿਰ ਕੀ ਹੋਏਗਾ ਕਿ ਜ਼ੈਡ ਲਾਈਨਸ ਨੇੜੇ ਨੇੜੇ ਆ ਜਾਣਗੀਆਂ। ਠੀਕ ਹੈ, ਇਹ ਲੈਂਥ ਘਟਾ ਵਧਾ ਕੇ ਆਪਾਂ ਇਹ ਦੇਖਣਾ ਹੈ ਕਿ ਟੈਂਸ਼ਨ ਕਿੰਨੀ ਪ੍ਰੋਡਿਊਸ ਹੁੰਦੀ ਆ ਜ਼ਿਆਦਾ ਖਿੱਚਣ ਵਾਲੀ ਕੰਡੀਸ਼ਨ 'ਚ, ਅਤੇ ਨੇੜੇ ਲਿਆ ਕੇ ਕਿੰਨੀ ਟੈਂਸ਼ਨ ਪ੍ਰੋਡਿਊਸ ਹੁੰਦੀ ਹੈ। ਉਹਦੇ ਨਾਲ ਆਪਾਂ ਇਹ ਟੈਂਸ਼ਨ ਲੈਂਥ ਕਰਵਸ ਬਣਾਉਂਦੇ ਹਾਂ। ਠੀਕ ਹੈ, ਸੋ ਸਭ ਤੋਂ ਪਹਿਲਾ ਪਾਰਟ ਹੈ ਜਿਹੜਾ ਮਸਲ ਫਾਈਬਰਸ ਦਾ, ਉਹਦੇ ਨਾਲ ਬੱਚਿਓ ਮੈਂ ਸ਼ੁਰੂ ਕਰਨ ਲੱਗਿਆ। ਸੋ ਨਾਓ ਵੀ ਆਰ ਕੰਸਰਨਡ ਵਿਦ ਦੀ ਟੈਂਸ਼ਨ ਲੈਂਥ ਕਰਵਸ ਆਫ ਦੀ ਮਸਲ ਫਾਈਬਰਸ। ਸੋ ਬੱਚਿਓ ਇਹਦੇ 'ਚ ਕੀ ਹੁੰਦਾ ਕਿ ਤੁਸੀਂ ਮੈਨੂੰ ਦੱਸਿਓ, I'm just again making a graph. So suppose we have okay, this is not working very well. Okay, now we have Z lines ਜਿਹੜੀਆਂ ਕਿ ਉਹ ਨਾਰਮਲ ਨੇ। ਸੋ ਬੱਚੇ ਹੋਇਆ ਕੀ ਇੱਥੇ ਕਿ ਵੀ ਹੈਵ 2 Z lines which are at normal position। ਠੀਕ ਹੈ, ਜਿੱਦਾਂ ਮਸਲ ਆਪਾਂ ਬਾਹਰ ਕੱਢਿਆ ਸੀ, ਜਿੱਦਾਂ ਉਹਦੇ ਫਾਈਬਰਸ ਪਏ ਆ, ਬਿਲਕੁਲ ਉੱਦਾਂ ਹੀ ਉਹ ਓਨੀ ਦੂਰੀ ਦੇ ਉੱਪਰ ਪਈਆਂ ਨੇ। ਸੋ ਫੋਰਸ ਪ੍ਰੋਡਿਊਸ ਕਿੰਨੀ ਹੋ ਰਹੀ ਹੈ? ਸਪੋਜ਼ this much of force is produced। मैं सिर्फ एक पॉइंट ला रहा इत्थे। सो कितनी फोर्स प्रोड्यूस हुई इस लैवल की? काफ़ी ज़्यादा। ठीक है, सो इस पॉइंट नूं मैं करस्पॉन्ड कर रहा। सो इस पासे की है, वी हैव दी टेंसाइल फोर्स, एंड दूजे पासे आपां की लै रहे हैं, इट इज़ द लेंथ ऑफ ਦੀ ਮਸਲ ਫਾਈਬਰ। ਸੋ ਜੇ ਲੈਂਥ ਇੰਨੀ ਜ਼ਿਆਦਾ ਰੱਖੀ ਆ ਆਪਾਂ ਇੱਕ ਸਾਰਕੋਮੀਅਰ ਦੀ, ਤਾਂ ਟੈਂਸਾਈਲ ਫੋਰਸ ਕਿੰਨੀ ਜਨਰੇਟ ਹੋਈ ਐਟ ਦਿਸ ਲੈਵਲ। ਅੱਛਾ, ਉਸ ਤੋਂ ਬਾਅਦ ਜੇ ਬੱਚਿਓ ਆਪਾਂ ਉਹਨੂੰ ਸਟਰੈਚ ਕਰਤਾ ਹੋਇਆ, ਜੇ ਮਸਲ ਫਾਈਬਰ ਨੂੰ ਆਪਾਂ ਦੋਵੇਂ ਪਾਸੇ ਨੂੰ ਖਿੱਚਤਾ ਹੋਇਆ ਫੜ ਕੇ, ਫਿਰ ਕੀ ਹੋਏਗਾ ਕਿ ਜਿਹੜੇ ਸਾਰਕੋਮੀਅਰਸ ਨੇ ਉਹ ਦੂਰ ਦੂਰ ਹੋ ਗਏ ਨੇ। ਨਾਓ ਸਾਰਕੋਮੀਅਰਸ ਆਰ ਅਪਾਰਟ, ਦੂਰ ਨੇ, ਉਹਨਾਂ 'ਚ ਲੈਂਥ ਜ਼ਿਆਦਾ। ਸੋ ਇਸ ਕੇਸ ਦੇ ਵਿੱਚ ਬੱਚਿਓ ਕੀ ਹੋਏਗਾ ਕਿ ਜਦੋਂ ਸਾਰਕੋਮੀਅਰਸ ਦੂਰ ਦੂਰ ਚਲੇ ਗਏ ਨੇ, ਤਾਂ ਉਹਨਾਂ ਦੇ ਵਿੱਚ ਜਿਹੜੇ ਐਕਟਿਨ ਫਾਈਬਰ ਸੀਗੇ ਉਹ ਵੀ ਬੱਚਿਓ ਦੂਰ ਦੂਰ ਚਲੇ ਗਏ ਨੇ। ਠੀਕ ਹੈ, ਸੋ ਦੇ ਆਰ ਆਲਸੋ ਐਟ ਅ ਲਾਰਜਰ ਡਿਸਟੈਂਸ, ਐਂਡ ਜਿਹੜਾ ਮਾਇਓਸਿਨ ਹੈ ਉਹ ਪਿਆ ਸੈਂਟਰ ਦੇ ਵਿੱਚ। ਤੇ ਇੱਥੇ ਕੀ ਹੋਏਗਾ, ਐਕਟਿਨ ਮਾਇਓਸਿਨ ਦੇ ਜਿਹੜੇ ਬੱਚੇ ਉਹ ਕੰਪਲੈਕਸ ਬਣਨੇ ਸੀਗੇ, ਜਿਨ੍ਹਾਂ ਨੂੰ ਆਪਾਂ ਲਿਖਦੇ ਹਾਂ AM ਕੰਪਲੈਕਸਿਸ। ਸੋ ਇੱਥੇ ਥੋੜ੍ਹੇ ਬਣਨਗੇ। ਕਿਉਂ? ਕਿਉਂਕਿ ਮਾਇਓਸਿਨ ਦੇ ਉੱਪਰ ਐਕਟਿਨ ਨਹੀਂ ਰਹੀ, ਉਹ ਪਰੇ ਪਰੇ ਚਲੀ ਗਈ ਹੈ। ਸੋ ਜਦੋਂ ਮਾਇਓਸਿਨ ਦੇ ਹੈੱਡ ਐਕਟਿਨ ਦੇ ਨਾਲ ਜੁੜਦੇ ਆ, ਤਾਂ ਉਹ ਕਦੋਂ ਜੁੜਨਗੇ? ਜਦੋਂ ਐਕਟਿਨ ਉਹਦੇ ਉੱਪਰ ਆ ਕੇ ਪਈ ਹੋਏਗੀ,
ਜਿਹੜੀ ਕਿ ਇਸ ਕੰਡੀਸ਼ਨ ਦੇ ਵਿੱਚ ਸੀਗੀ। ਇੱਥੇ ਨਾਰਮਲ ਕੰਡੀਸ਼ਨ 'ਚ ਕਾਫੀ ਜ਼ਿਆਦਾ ਐਕਟਿਨ ਮਾਇਓਸਿਨ ਕੰਪਲੈਕਸ ਬਣਨਗੇ, ਤਾਂ ਹੀ ਇੱਥੇ ਟੈਂਸਾਈਲ ਫੋਰਸ ਵੀ ਜ਼ਿਆਦਾ ਬਣੀ ਸੀ। ਪਰ ਜਦੋਂ ਉਹਨੂੰ ਆਪਾਂ ਖਿੱਚਤਾ ਦੂਜੇ ਪਾਸਿਆਂ ਨੂੰ, ਦੋਵੇਂ ਪਾਸਿਆਂ ਨੂੰ ਉਹਨੂੰ ਖਿੱਚਿਆ, ਤਾਂ ਕੀ ਹੋਇਆ ਕਿ ਇੱਕ ਪਾਸਾ ਆਪਾਂ ਇਸ ਪਾਸੇ ਨੂੰ ਖਿੱਚਤਾ ਐਂਡ ਦੂਜਾ ਪਾਸਾ ਇੱਧਰ ਨੂੰ ਹੋ ਗਿਆ, ਤਾਂ ਐਕਟਿਨ ਮਾਇਓਸਿਨ ਦੇ ਜਿਹੜੇ ਕੰਪਲੈਕਸ ਨੇ ਉਹ ਜ਼ਿਆਦਾ ਨਹੀਂ ਬਣੇ। ਤਾਂ ਉਸ ਕੇਸ ਦੇ ਵਿੱਚ ਜਿਹੜੀ ਫੋਰਸ ਪ੍ਰੋਡਕਸ਼ਨ ਹੋਏਗੀ ਉਹ ਬੱਚਿਓ ਥੋੜ੍ਹੀ ਹੋ ਜਾਏਗੀ, ਇਟ ਵਿਲ ਬੀ ਰਿਡਿਊਸਡ। ਠੀਕ ਹੈ, ਸੋ ਪਹਿਲੇ ਕੇਸ 'ਚ ਆਪਾਂ ਦੇਖੀ ਕਿ ਉਹ ਇੰਨੀ ਇਸ ਲੈਵਲ 'ਤੇ ਹੈ, ਦੂਜੀ ਇਸ ਲੈਵਲ 'ਤੇ ਹੈ, ਐਂਡ ਜਿਹੜੀ ਤੀਜੀ ਕੰਡੀਸ਼ਨ ਹੈ ਉੱਥੇ ਬੱਚਿਓ ਕੀ ਹੈ ਕਿ ਉੱਥੇ ਆਪਾਂ ਫਾਈਬਰ ਨੂੰ ਸਟਰੈਚ ਕਰਨ ਦੀ ਬਜਾਏ ਨੇੜੇ ਨੇੜੇ ਲੈ ਆਂਦਾ। ਠੀਕ ਹੈ, ਉੱਥੇ ਕੀ ਹੋਇਆ ਕਿ ਜਿਹੜਾ ਸਾਰਕੋਮੀਅਰ ਆ ਉਹਦੇ ਜਿਹੜੇ ਜ਼ੈਡ ਲਾਈਨਸ ਨੇ ਉਹ ਬਹੁਤੀਆਂ ਹੀ ਨੇੜੇ ਆ ਗਈਆਂ ਨੇ। ਸੋ ਜਦੋਂ ਬਹੁਤ ਜ਼ਿਆਦਾ ਨੇੜੇ ਆ ਜਾਣਗੀਆਂ ਤਾਂ ਉੱਥੇ ਵੀ ਬੱਚਿਓ ਜਿਹੜੇ ਐਕਟਿਨ ਦੇ ਫਿਲਾਮੈਂਟਸ ਨੇ ਉਹ ਵੀ ਨੇੜੇ ਨੇੜੇ ਆ ਗਏ ਨੇ ਇੱਕ ਦੂਜੇ ਦੇ। ਹੁਣ ਜਦੋਂ ਇੰਨੇ ਜ਼ਿਆਦਾ ਨੇੜੇ ਐਕਟਿਨ ਆ ਗਈ ਆ ਤਾਂ ਕੀ ਤੁਹਾਨੂੰ ਲੱਗਦਾ ਵੀ ਇੱਥੇ ਕੰਟਰੈਕਸ਼ਨ ਹੋਣ ਦੇ ਚਾਂਸਿਸ ਹੈਗੇ ਆ, ਵੀ ਇੱਥੇ ਸਲਾਈਡ ਹੋ ਸਕਦੇ ਆ ਇਹ? ਨੋ। ਸੋ ਇੱਥੇ ਵੀ ਸਲਾਈਡਿੰਗ ਉਨੀ ਜ਼ਿਆਦਾ ਨਹੀਂ ਹੋਏਗੀ ਜਿੰਨੀ ਹੋਣੀ ਚਾਹੀਦੀ ਸੀ। ਸੋ ਇਸ ਕੇਸ ਦੇ ਵਿੱਚ ਆਪਾਂ ਕੀ ਕੀਤਾ ਸੀ ਕਿ ਇਹਨੂੰ ਇਸ ਪਾਸੇ ਨੂੰ ਲੈ ਆਂਦਾ ਐਂਡ ਇਸ ਪਾਸੇ ਇਹਨੂੰ ਅੰਦਰ ਵਾਲੇ ਨੂੰ ਪਾਸੇ ਨੂੰ ਆਪਾਂ ਉਹਨੂੰ ਲੈ ਆਂਦਾ, ਦੋਵੇਂ ਪਾਸਿਆਂ ਨੂੰ। ਸੋ ਇੱਥੇ ਜ਼ੈਡ ਲਾਈਨਸ ਬਹੁਤ ਨੇੜੇ ਆ ਗਈਆਂ, ਇਸ ਕਰਕੇ ਜਿਹੜੀ ਫੋਰਸ ਪ੍ਰੋਡਕਸ਼ਨ ਹੈ ਇਟ ਵਿਲ ਅਗੇਨ ਬੀ ਡਿਕਰੀਜ਼ਡ ਐਟ ਦਿਸ ਲੈਵਲ। ਸੋ ਇੱਥੇ ਵੀ ਫੋਰਸ ਘੱਟ ਬਣੇਗੀ। ਸੋ ਸੈਂਟਰਲ ਪਾਰਟ ਹੈ ਜਿਹੜਾ ਬੱਚਿਓ, ਜਿਹਨੂੰ ਆਪਾਂ ਆਪਟੀਮਲ ਲੈਂਥ ਵੀ ਕਹਿ ਸਕਦੇ ਹਾਂ। ਸੋ ਜਿਹੜਾ ਸੈਂਟਰ ਵਾਲਾ ਸਾਰਕੋਮੀਅਰ ਹੈ ਉਹ ਆਪਟੀਮਮ ਲੈਂਥ ਨੂੰ ਡਿਨੋਟ ਕਰਦਾ। ਸੋ ਉੱਥੇ ਸਭ ਤੋਂ ਜ਼ਿਆਦਾ ਟੈਂਸਾਈਲ ਫੋਰਸ ਬਣੀ ਹੈ ਇਸ ਲੈਵਲ ਦੀ, ਐਂਡ ਜੇ ਉਸ ਤੋਂ ਆਪਾਂ ਨੀਚੇ ਆ ਜਾਈਏ ਤਾਂ ਦੋਵੇਂ ਕੇਸਿਸ ਦੇ ਵਿੱਚ ਹੀ ਟੈਂਸਾਈਲ ਫੋਰਸ ਰਿਡਿਊਸ ਹੋਈ ਹੈ। ਸੋ ਅਲਟੀਮੇਟਲੀ ਬੱਚਿਓ ਇਹਦਾ ਜਿਹੜਾ ਗ੍ਰਾਫ ਬਣਿਆ ਉਹ ਗ੍ਰਾਫ ਕਿੱਦਾਂ ਦਾ ਬਣੇਗਾ ਜੈਸੀ। ਸੋ ਜੇ ਤਿੰਨੇ ਪੁਆਇੰਟਸ ਨੂੰ ਮਿਲਾਈਏ ਤਾਂ ਬੱਚਿਓ ਉਹ ਤਕਰੀਬਨ ਇੱਦਾਂ ਦਾ ਇੱਕ ਬੈਲ ਸ਼ੇਪ ਦਾ ਗ੍ਰਾਫ ਬਣੇਗਾ। ਸੋ this is called as the tension length curve for a muscle fiber, ਜਿੱਥੇ ਆਪਾਂ ਇੱਕ ਫਾਈਬਰ ਨੂੰ ਲੈ ਕੇ ਚੱਲ ਰਹੇ ਹਾਂ ਐਂਡ ਇੱਥੇ ਸਟ੍ਰੈਚਿੰਗ ਕੰਡੀਸ਼ਨ ਦੇ ਵਿੱਚ ਵੀ, ਓਵਰ ਸਟ੍ਰੈਚਿੰਗ 'ਚ ਵੀ, ਅਤੇ ਨੋਨ ਸਟ੍ਰੈਚਿੰਗ ਕੰਡੀਸ਼ਨ ਜਿਹੜੀ ਕਿ ਆਪੋਜ਼ਿਟ ਟੂ ਸਟ੍ਰੈਚ ਆ, ਇਹ ਦੋਵਾਂ ਕੇਸਿਸ ਦੇ ਵਿੱਚ ਹੀ ਜਿਹੜੀ ਫੋਰਸ ਪ੍ਰੋਡਕਸ਼ਨ ਹੈ ਉਹ ਲੋ ਹੈ ਬੱਚਿਓ। ਸੋ ਇੱਥੇ ਵੀ ਲੋ ਹੈ ਐਂਡ ਇਸ ਪੋਜੀਸ਼ਨ 'ਤੇ ਵੀ ਵੀ ਹੈਵ ਅ ਲੋ ਫੋਰਸ ਪ੍ਰੋਡਕਸ਼ਨ। ਪਰ ਸਭ ਤੋਂ ਜ਼ਿਆਦਾ ਫੋਰਸ ਕਿੱਥੇ ਪ੍ਰੋਡਿਊਸ ਹੋਈ ਹੈ? ਜਿੱਥੇ ਆਪਟੀਮਮ ਲੈਂਥ ਹੈ। ਠੀਕ ਹੈ, ਸੋ ਐਕਟਿਨ ਮਾਇਓਸਿਨ ਕੰਪਲੈਕਸਿਸ ਬਣਨ ਕਰਕੇ, ਕ੍ਰੋਸ ਬ੍ਰਿਜਿੰਗ ਘੱਟ ਬਣਨ ਕਰਕੇ ਸਾਈਡਸ ਦੇ ਉੱਪਰ ਦੋਵੇਂ ਪਾਸੇ ਲੋ ਟੈਂਸਾਈਲ ਫੋਰਸ ਜਨਰੇਟ ਹੋਈ ਹੈ। ਸੋ ਦਿਸ ਇਜ਼ ਕਾਲਡ ਐਜ਼ ਦੀ muscle tension length curve in the case of the muscle fibers. So I hope you are clear about this topic. So bachcho that was about the muscle fibers.